हाँ जी, साਰਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ ਆਪਣੇ ਕੰਮ ਨੂੰ ਜੋ ਅੱਗੇ ਕੰਟੀਨਿਊ ਕਰ ਰਹੇ ਹਾਂ। ਠੀਕ ਹੈ, ਕੱਲ ਆਪਾਂ ਗੱਲ ਕੀਤੀ ਸੀ ਪਾਰਟਨਰਸ਼ਿਪ ਦੀ ਡੈਫੀਨੇਸ਼ਨ ਦੀ ਗੱਲ ਕੀਤੀ ਸੀ। ਅੱਜ ਆਪਾਂ ਪਾਰਟਨਰਸ਼ਿਪ ਦੀ ਫੀਚਰਸ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖੋ ਕੱਲ ਵਾਲੀ ਗੱਲ ਜੋ ਲੰਘ ਗਈ ਉਹਨੂੰ ਛੱਡ ਦਿਓ। ਅੱਜ ਆਪਾਂ ਗੱਲ ਕਰਨੀ ਹੈ ਫੀਚਰਸ ਕਾਹਦੇ ਪਾਰਟਨਰਸ਼ਿਪ ਕੀ ਹੁੰਦੀ ਹੈ? ਜਦੋਂ ਜਿਹਨੂੰ ਆਪਾਂ ਕਹਿੰਦੇ ਹਾਂ ਸੀਰ ਸਾਂਝ। ਠੀਕ ਹੈ, ਜਦੋਂ ਦੋ ਜਾਂ ਦੋ ਤੋਂ ਵਿਅਕਤੀ ਵੱਧ ਇਕੱਠੇ ਹੋ ਕੇ ਕਿਸੇ ਕੋਈ ਕਾਰੋਬਾਰ ਨੂੰ ਕਰਦੇ ਨੇ। ਠੀਕ ਹੈ, ਉਹ ਕੱਲ ਗੱਲ ਆਪਾਂ ਕਰ ਚੁੱਕੇ। ਤੇ ਉਹਦੇ ਫੀਚਰਸ ਬਹੁਤ ਸਾਰੇ ਬੱਚਿਆਂ ਨੂੰ ਨਾ ਫੀਚਰਸ ਕਰੈਕਟਰਿਸਟਿਕਸ ਦੇ ਵਿੱਚ ਕਨਫਿਊਜ਼ਨ ਹੁੰਦੀ ਹੈ ਵੀ ਇਹਦਾ ਕੀ ਮਤਲਬ ਹੁੰਦਾ। ਕਰੈਕਟਰਿਸਟਿਕਸ ਫੀਚਰਸ ਇੱਕੋ ਹੀ ਗੱਲ ਹੁੰਦੀ ਹੈ। ਕਰੈਕਟਰਿਸਟਿਕਸ ਦਾ ਫੀਚਰ ਜੇ ਤੁਹਾਨੂੰ ਪੁੱਛੇ ਜਾਣ ਤਾਂ ਭਾਵ ਕਿ ਤੁਹਾਨੂੰ ਉਹਦੇ ਬਾਰੇ ਪੁੱਛਿਆ ਜਾਂਦਾ ਹੈ ਵੀ ਉਹ ਕੀ ਚੀਜ਼ ਹੈ। ਜਿਵੇਂ ਮੰਨ ਲਓ ਤੁਹਾਨੂੰ ਪੁੱਛਿਆ ਜਾਵੇ ਤੁਹਾਡੇ ਬਾਰੇ ਵੀ ਤੁਹਾਡੇ ਫੀਚਰਸ ਕੀ ਨੇ, ਤਾਂ ਸਾਡੇ ਫੀਚਰਸ ਕੀ ਨੇ? ਅਸੀਂ ਇਨਸਾਨ ਆ, ਸਾਡੇ ਅੱਖਾਂ ਲੱਗੀਆਂ ਨੇ, ਨੱਕ ਲੱਗਿਆ, ਕੰਨ ਲੱਗਿਆ। ਸੋ ਜੋ ਵੀ ਅਸੀਂ ਆਪਣੇ ਬਾਰੇ ਦੱਸ ਸਕਿਆ ਦੈਟ ਆਲ ਆਰ ਆਵਰ ਕਰੈਕਟਰਿਸਟਿਕਸ, ਉਹ ਸਾਰੇ ਹੀ ਸਾਡੇ ਫੀਚਰਸ ਹੁੰਦੇ ਨੇ। ਉਵੇਂ ਹੀ ਆਪਾਂ ਅੱਜ ਪਾਰਟਨਰਸ਼ਿਪ ਸਾਂਝ ਦੇ ਫੀਚਰਸ ਦੱਸਣੇ ਨੇ ਵੀ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਦਰਸਾ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਪਹਿਲਾ ਫੀਚਰ ਕੀ ਹੁੰਦਾ ਹੈ? ਐਗਰੀਮੈਂਟ। ਜਿਵੇਂ ਆਪਾਂ ਜੇ ਕੱਲ ਦੀ ਡੈਫੀਨੇਸ਼ਨ ਤੁਸੀਂ ਮੇਰੀ ਕੱਲ ਦੀ ਵੀਡੀਓ ਦੇਖੋਗੇ ਉਹਦੇ ਵਿੱਚ 4 ਤਾਂ ਆਪਣੇ ਫੀਚਰਸ ਵੈਸੇ ਉਹਦੇ ਵਿੱਚ ਕਲੀਅਰ ਹੋਏ ਨੇ। ਠੀਕ ਹੈ, ਫਿਰ ਆਪਾਂ ਨੂੰ ਅੱਜ ਦੁਹਰਾਉਂਦੇ ਹਾਂ। ਸੋ ਸਭ ਤੋਂ ਪਹਿਲਾਂ ਕੀ ਹੈ ਐਗਰੀਮੈਂਟ। ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਜੇ ਦੋ ਵਿਅਕਤੀ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਐਗਰੀਮੈਂਟ ਹੋਣਾ, ਉਹਨਾਂ ਦਾ ਆਪਸ ਦੇ ਵਿੱਚ ਸਹਿਮਤੀ ਹੋਣੀ ਜ਼ਰੂਰੀ ਹੈ। ਜਿਵੇਂ ਜੇ ਦੋ ਵਿਅਕਤੀ ਨੇ, ਇੱਕ ਕਹਿ ਰਿਹਾ ਵੀ ਮੈਂ ਕੰਮ ਕਰਨ ਲਈ ਤਿਆਰ ਹਾਂ, ਮੈਂ ਐਗਰੀ ਹਾਂ, ਦੂਸਰਾ ਕਹਿ ਰਿਹਾ ਮੈਂ ਨਹੀਂ ਐਗਰੀ, ਤਾਂ ਉਹ ਪਾਰਟਨਰਸ਼ਿਪ ਨਹੀਂ ਹੋ ਸਕਦੀ, ਉਹਨੂੰ ਕਾਨੂੰਨ ਪਾਰਟਨਰਸ਼ਿਪ ਨਹੀਂ ਮੰਗਦਾ। 3 ਵਿਅਕਤੀ ਨੇ, ਉਹਦੇ ਵਿੱਚੋਂ 2 ਐਗਰੀ ਨੇ, ਇੱਕ ਨਹੀਂ ਐਗਰੀ, ਤਾਂ ਉਹਨਾਂ ਤਿੰਨਾਂ ਦੀ ਵੀ ਜਿਹੜੀ ਹੈ ਸਾਂਝ ਜਿਹੜੀ ਆ ਉਹ ਪਾਰਟਨਰਸ਼ਿਪ ਹੈ ਨਹੀਂ ਮੰਨੀ ਜਾਊਗੀ। ਸੋ ਪਾਰਟਨਰਸ਼ਿਪ ਕਿਉਂ ਮੰਨੀ ਜਾਊਗੀ? ਜੇ ਉਹਨਾਂ ਸਾਰਿਆਂ ਦੇ ਵਿੱਚ ਸਮਝੌਤਾ ਸਾਂਝ, ਉਹਨਾਂ ਦੇ ਵਿੱਚ ਐਗਰੀਮੈਂਟ ਜਿਹੜਾ ਉਹ ਹੋਣਾ ਚਾਹੀਦਾ। ਸੋ ਦੇਅਰ ਮਸਟ ਬੀ, ਇਹਨੂੰ ਆਪਾਂ ਤੁਸੀਂ ਜੇ ਡਿਫਾਈਨ ਕਰਨਾ ਹੈ, ਦੇਅਰ ਮਸਟ ਬੀ ਆ ਪ੍ਰੋਪਰ ਐਗਰੀਮੈਂਟ ਬਿਟਵੀਨ the partners, between the people, between the persons। ਉਹ ਤੁਸੀਂ ਕਹਿ ਸਕਦੇ ਹੋ ਦੇਅਰ ਮਸਟ ਬੀ ਹੈ ਨਾ ਐਗਰੀਮੈਂਟ, ਉਹਨਾਂ ਦੇ ਵਿੱਚ ਸਮਝੌਤਾ ਐਗਰੀਮੈਂਟ ਹੋਣਾ ਚਾਹੀਦਾ। ਸੈਕੰਡ ਪੁਆਇੰਟ ਕੀ ਹੈ? polarity। the persons must be 2 or more than 2। there cannot be a one person in the partnership। ਸੋ ਕਦੇ ਵੀ ਇੱਕ ਵਿਅਕਤੀ ਜਿਹੜਾ ਉਹ ਪਾਰਟਨਰਸ਼ਿਪ ਨਹੀਂ ਕਰ ਸਕਦਾ। ਜਿਵੇਂ ਆਪਾਂ ਨੇ ਕਹਾਂ ਮੈਂ ਸਾਂਝ ਕਰ ਲਈ, ਮੈਂ ਪਾਰਟਨਰਸ਼ਿਪ ਕਰ ਲਈ ਕਿਹਦੇ ਨਾਲ? ਆਪਦੇ ਆਪ ਨਾਲ। no, that is not possible। ਸੋ there must be at least 2 or more than 2। 2 ਜਾਂ 2 ਤੋਂ ਵੱਧ ਵਿਅਕਤੀ ਜਿਹੜੇ ਉਹ ਵਿੱਚ ਹੋਣੇ ਚਾਹੀਦੇ ਨੇ, ਤਾਂ ਹੀ ਉਹਨੂੰ ਆਪਾਂ ਪਾਰਟਨਰਸ਼ਿਪ ਮੰਨ ਸਕਦੇ ਹਾਂ। ਸੋ ਥਰਡ ਆਪਣੇ ਕੋਲ ਕਰੈਕਟਰਿਸਟਿਕਸ ਕੀ ਹੈ, ਫੀਚਰ ਕੀ ਹੈ? ਲਾਅਫੁਲ ਬਿਜ਼ਨਸ। ਕਦੇ ਵੀ ਆਪਾਂ ਜੇ ਕੱਲ ਵੀ ਗੱਲ ਕੀਤੀ ਸੀ ਕਿ ਕਦੇ ਵੀ ਜੇਕਰ 4 ਬੰਦੇ ਇਕੱਠੇ ਕਰਕੇ ਆਪਾਂ ਕਹੀਏ ਵੀ ਚਲੋ ਕੋਈ ਫੀਮ ਦਾ ਕੰਮ ਕਰ ਲਈਏ, ਭੁੱਕੀ ਦਾ ਕੰਮ ਕਰ ਲਈਏ, ਨਸ਼ੇ ਦੀਆਂ ਗੋਲੀਆਂ ਵੇਚਣ ਲੱਗ ਜਾਈਏ, ਸੋ ਦੈਟ ਕੈਨੋਟ ਬੀ ਆ ਪਾਰਟਨਰਸ਼ਿਪ। ਸੋ ਉਹਨੂੰ ਕਦੇ ਵੀ ਕਾਨੂੰਨ ਪਾਰਟਨਰਸ਼ਿਪ ਨਹੀਂ ਮੰਨ ਸਕਦਾ। ਜਿਹੜਾ ਵੀ ਤੁਸੀਂ ਬਿਜ਼ਨਸ ਕਰਨਾ ਚਾਹੁੰਦੇ ਹੋ ਦੈਟ ਮਸਟ ਬੀ ਆ ਲਾਅਫੁਲ, ਉਹ ਕਾਨੂੰਨ ਦੀ ਨਿਗਾਹ ਦੇ ਵਿੱਚ ਲਾਅਫੁਲ ਹੋਣਾ ਚਾਹੀਦਾ ਹੈ। ਠੀਕ ਹੈ, ਗੈਰ ਕਾਨੂੰਨੀ ਨਹੀਂ ਹੋਣਾ ਚਾਹੀਦਾ। ਕਾਨੂੰਨੀ ਜਿਹੜਾ ਬਿਜ਼ਨਸ ਹੈ ਤੁਸੀਂ ਕਰ ਸਕਦੇ ਹੋ ਪਾਰਟਨਰਸ਼ਿਪ। ਥਰਡ ਪੁਆਇੰਟ ਉਸ ਤੋਂ ਬਾਅਦ ਹੈਗਾ ਵਲੰਟਰੀ ਐਸੋਸੀਏਸ਼ਨ। ਬਹੁਤ ਸਾਰੇ ਬੱਚਿਆਂ ਨੂੰ ਕਨਫਿਊਜ਼ਨ ਰਹਿੰਦੀ ਹੈ ਕਿ ਵਲੰਟਰੀ ਐਸੋਸੀਏਸ਼ਨ ਕੀ ਹੈ, ਕੀ ਮਤਲਬ ਹੈ। ਸੋ ਕੀ ਹੈ? ਜਿਵੇਂ ਇੱਕ ਦੇਖੋ ਪਤਾ ਕੰਪਨੀ ਦੀ ਗੱਲ ਕਰਦਾ, ਚਲੋ ਅੱਗੇ ਆਪਾਂ ਹੋਰ ਵੀਡੀਓਜ਼ ਦੇ ਵਿੱਚ ਵੀ ਗੱਲ ਕਰਾਂਗੇ ਕਿ ਸੈਪਰੇਟ ਲੀਗਲ ਐਂਟੀਟੀ ਕੀ ਹੁੰਦੀ ਹੈ, ਬਟ ਅੱਜ ਆਪਾਂ ਉਹ ਟੌਪਿਕ ਤੇ ਨਹੀਂ ਜਾਵਾਂਗੇ। ਸੋ ਵਲੰਟਰੀ ਐਸੋਸੀਏਸ਼ਨ ਇਟ ਡਜ਼ ਨੋਟ ਹੈਵ ਸੈਪਰੇਟ ਲੀਗਲ ਐਗਜ਼ਿਸਟੈਂਸ। ਮਤਲਬ ਕੀ ਹੈ? ਜਿਹੜੀ ਪੁੱਤ ਕੰਪਨੀ ਹੁੰਦੀ ਹੈ ਉਹਦੀ ਇੱਕ ਅਲੱਗ ਐਂਟੀਟੀ ਹੁੰਦੀ ਹੈ। ਭਾਵ ਕਿਵੇਂ? ਜਿਵੇਂ ਆਪਾਂ ਗੱਲ ਕਰ ਲਓ, ਦੇਖੋ ਉਹਦੇ ਜਿਹੜੇ ਫੋਰ ਸਪੋਜ਼ ਆਪਾਂ ਗੱਲ ਕਰਦੇ ਹਾਂ, ਇੱਕ ਕੋਕਾ ਕੋਲਾ ਕੰਪਨੀ ਆ। ਕੋਕਾ ਕੋਲਾ ਇੱਕ ਕੰਪਨੀ ਹੈ, ਉਹਦੇ ਮੈਨੇਜਮੈਂਟ ਜਿਹੜੀ ਹੈ ਉਹਦੀ ਅਲੱਗ ਹੈ। ਉਹਦੇ ਵਿੱਚ ਜਿਹੜੇ ਪੈਸੇ ਲੱਗੇ ਹੋਏ ਨੇ, ਜਿਹੜੇ ਓਨਰਸ ਨੇ, ਉਹਦੇ ਸ਼ੇਅਰ ਹੋਲਡਰਸ ਨੇ, ਜਿਹੜੇ ਉਹਦੇ ਵਿੱਚ ਕੰਮ ਕਰਦੇ ਨੇ ਉਹਦੇ ਮੁਲਾਜ਼ਮ ਨੇ। ਠੀਕ ਹੈ, ਹਰੇਕ ਬੰਦੇ ਨੂੰ ਉੱਤੇ ਆਪਦੀ ਇਨਕਮ ਦੇ ਹਿੱਸੇ ਮਿਲਦੇ ਨੇ। ਜਿਹੜੀ ਇੱਕ ਕੋਕਾ ਕੋਲਾ ਕੰਪਨੀ ਹੈ ਉਹਦੀ ਇੱਕ ਅਲੱਗ ਹੋਂਦ ਹੈ, ਉਹ ਇੱਕ ਅਲੱਗ ਐਂਟੀਟੀ ਹੈ। ਬਟ ਜਿਹੜੀ ਪਾਰਟਨਰਸ਼ਿਪ ਹੁੰਦੀ ਹੈ ਉਹਦੀ ਅਲੱਗ ਹੋਂਦ ਨਹੀਂ ਹੁੰਦੀ, ਉਹ ਵਲੰਟਰੀ ਐਸੋਸੀਏਸ਼ਨ ਹੁੰਦੀ ਹੈ। ਇਟ ਡਜ਼ ਨੋਟ ਹੈਵ ਅ ਸੈਪਰੇਟ ਲੀਗਲ ਐਂਟੀਟੀ। ਮਤਲਬ ਉਹ ਇੱਕ ਕੰਪਨੀ ਦੀ ਤਰ੍ਹਾਂ ਇੱਕ ਉਹਦੀ ਅਲੱਗ ਹੋਂਦ ਨਹੀਂ ਹੋ ਸਕਦੀ, ਤਾਂ ਉਹ ਕੀ ਹੈ? ਉਹ ਵਲੰਟਰੀ ਐਸੋਸੀਏਸ਼ਨ ਹੁੰਦੀ ਹੈ। ਠੀਕ ਹੈ, ਤਾਂ ਨੈਕਸਟ ਪੁਆਇੰਟ ਇਜ਼ ਸ਼ੇਅਰਿੰਗ ਆਫ ਪ੍ਰੋਫਿਟਸ। ਇੱਥੇ ਆਪਾਂ ਇੱਕ ਨਾਲ ਗੱਲ ਐਡ ਕਰ ਸਕਦੇ ਹਾਂ, ਸ਼ੇਅਰਿੰਗ ਆਫ ਪ੍ਰੋਫਿਟਸ ਔਰ ਲਾਸਸ। ਠੀਕ ਹੈ, ਜਿਹੜੇ ਵੀ ਬੇਟਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਫਿਟਸ ਹੋਣਗੇ, ਫਾਇਦੇ ਹੋਣਗੇ ਜਾਂ ਨੁਕਸਾਨ ਹੋਣਗੇ, ਉਹਨੂੰ ਨਿਰਧਾਰਿਤ ਜਿਹੜੀ ਪ੍ਰੀ ਡਿਟਰਮਾਈਨਡ ਉਹਨਾਂ ਦੀ ਸ਼ੇਅਰਿੰਗ ਰੇਸ਼ੋ ਹੋਏਗੀ, ਉਹਦੇ ਵਿੱਚ ਉਹਨੂੰ ਵੰਡਣਗੇ। ਇਹ ਪ੍ਰੀ ਡਿਟਰਮਾਈਨਡ ਪਹਿਲਾਂ ਆਪਾਂ ਇਹਦੇ ਵਿੱਚ ਸਾਰਾ ਆਪਾਂ ਪਾਰਟਨਰਸ਼ਿਪ ਵੀਡ ਦੇ ਵਿੱਚ ਲਿਖਦੇ ਹਾਂ ਵੀ ਜੇ ਕੱਲ੍ਹ ਨੂੰ ਪ੍ਰੋਫਿਟਸ ਹੁੰਦੇ ਨੇ, ਲਾਸਸ ਹੁੰਦੇ ਨੇ, ਉਹਨੂੰ ਆਪਾਂ ਕਿਸ ਰੇਸ਼ੋ ਦੇ ਵਿੱਚ ਵੰਡਣਾ ਹੈ। ਸੋ ਪ੍ਰੀ ਡਿਟਰਮਾਈਨਡ ਪਹਿਲਾਂ ਆਪਾਂ ਇਹਨਾਂ ਨੂੰ ਨਿਰਧਾਰਿਤ ਕਰਦੇ ਹਾਂ। ਉਹਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਪ੍ਰੋਫਿਟਸ ਹੋਣਗੇ ਤਾਂ ਪ੍ਰੋਫਿਟਸ, ਲਾਸਸ ਹੋਣਗੇ ਤਾਂ ਲਾਸਸ, ਜਿਹੜੀ ਉਹਦੀ ਨਿਰਧਾਰਿਤ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੋਏਗੀ ਉਹਦੇ ਵਿੱਚ ਉਹ ਵੰਡਣਗੇ। ਨੋਨ ਟਰਾਂਸਫਰੇਬਿਲਿਟੀ ਆਫ ਇੰਟਰਸਟ ਜਾਂ ਸ਼ੇਅਰ। ਜਿਹੜਾ ਕੋਈ ਮੰਨ ਲਓ ਬਿਨਾਂ ਸਹਿਮਤੀ ਤੋਂ, ਮੰਨ ਲਓ 3 ਪਾਰਟਨਰ ਨੇ
ਜੇ ਤਾਂ ਆਪਣੀ ਤਿੰਨਾਂ ਦੀ ਸਹਿਮਤੀ ਹੋ ਗਈ ਵੀ ਮੈਂ ਆਪਣੀ ਥਾਂ ਤੇ ਦੂਜੇ ਬੰਦੇ ਨੂੰ ਵਿੱਚ ਹਿੱਸੇਦਾਰ ਲੈ ਕੇ ਆ ਰਿਹਾ, ਜੇ ਸਹਿਮਤੀ ਹੈ ਫਿਰ ਉਹ ਲੈ ਕੇ ਆ ਸਕਦਾ। ਬਟ ਆਪਣੀ ਤਿੰਨਾਂ ਦੀ ਸਹਿਮਤੀ ਤੋਂ ਬਿਨਾ ਦੂਸਰਾ ਬੰਦਾ ਆਪਣਾ, ਮੈਂ ਚਾਹਾਂ ਵੀ ਮੈਂ ਆਪਣਾ ਚੱਕ ਕੇ ਸ਼ੇਅਰ ਕਿਸੇ ਹੋਰ ਨੂੰ ਦੇ ਦਾਂ, ਹੋਰ ਤੁਹਾਡੇ 'ਚ ਹਿੱਸੇਦਾਰ ਆ ਗਏ, ਨਹੀਂ, ਤੁਹਾਡੀ ਸਹਿਮਤੀ ਹੈ ਤਾਂ ਨਵਾਂ ਬੰਦਾ ਆ ਸਕਦਾ। ਜੇ ਮੇਰੀ ਸਹਿਮਤੀ ਨਹੀਂ ਹੈ, ਤੁਹਾਡੀ ਸਹਿਮਤੀ ਸਾਰਿਆਂ ਦੀ ਨਹੀਂ ਹੈਗੀ, ਮੇਰੀ ਇਕੱਲੇ ਦੀ ਹੈ, ਫਿਰ ਉਹ ਬੰਦਾ ਨਹੀਂ ਆ ਸਕਦਾ। ਸੋ ਵਿਦਾਊਟ ਦਾ ਕੰਸੈਂਟ ਆਫ ਰਿਮੇਨਿੰਗ ਪਾਰਟਨਰਸ, ਠੀਕ ਹੈ, ਸ਼ੇਅਰਿੰਗ ਆਫ ਪ੍ਰੋਫਿਟਸ ਨਹੀਂ ਹੋ ਸਕਦੀ। ਇੱਥੇ ਕਹਿ ਸਕਦੇ ਹਾਂ ਦਾ ਪ੍ਰੋਫਿਟ ਦਾ ਨਾਨ ਟ੍ਰਾਂਸਫਰਬਿਲਿਟੀ ਆਫ ਇੰਟਰਸਟ, ਮਤਲਬ ਜਿਹੜਾ ਇਹਦਾ ਸ਼ੇਅਰ ਹੈ ਉਹ ਆਪਣਾ ਹਿੱਸਾ ਲੈਂਦਾ ਹੈ, ਉਹ ਸਾਰਿਆਂ ਦੀ ਸਹਿਮਤੀ ਤੋਂ ਬਿਨਾਂ ਹੋਰ ਦੇ ਵਿੱਚ ਟ੍ਰਾਂਸਫਰ ਨਹੀਂ ਕਰ ਸਕਦਾ। ਅਨਲਿਮਿਟਿਡ ਲਾਇਬਿਲਿਟੀ, ਇਹਦਾ ਮਤਲਬ ਕੀ ਹੈ? ਅਨਲਿਮਿਟਿਡ ਲਾਇਬਿਲਿਟੀ ਕੀ ਹੈ? ਮੰਨ ਲਓ ਫੋਰ ਸਪੋਜ਼ ਜਿਵੇਂ ਕੰਪਨੀਜ਼ ਹੁੰਦੀਆਂ ਨੇ, ਉਹਨਾਂ ਦੀ ਜਿਹੜੀ ਲਾਇਬਿਲਿਟੀ ਹੁੰਦੀ ਹੈ ਲਿਮਿਟਿਡ ਹੁੰਦੀ ਹੈ, ਬਟ ਇਹਦਾ ਮਤਲਬ ਲਿਮਿਟਿਡ ਲਾਇਬਿਲਿਟੀ ਕੀ ਹੈ? ਇਹਨੂੰ ਆਪਾਂ ਵਰਡ ਯੂਜ਼ ਕਰ ਸਕਦੇ ਹਾਂ, ਲਿਮਿਟਿਡ ਅਪ ਟੂ ਦਾ ਐਸੈਟਸ ਆਫ ਦਾ ਕੰਪਨੀ, ਠੀਕ ਹੈ। ਇਹਦਾ ਮਤਲਬ ਕੀ ਹੈ? ਜਿਵੇਂ ਮੰਨ ਲਓ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ, ਲਾਇਬਿਲਿਟੀ ਕੀ ਹੈ? ਜਿਵੇਂ ਮੰਨ ਲਓ ਵੀ ਆਪਣੇ ਕੋਲ ਆਪਾਂ ਅੱਜ ਫਰਮ ਨੂੰ, ਕੰਪਨੀ ਨੂੰ ਬੰਦ ਕਰਨਾ ਹੈ, ਤਾਂ ਆਪਣੇ ਕੋਲ ਐਸੈਟਸ ਜੇ ਪਏ ਨੇ 1.25 ਕਰੋੜ ਦੇ ਪਏ ਨੇ, ਆਪਣੀ ਲਾਇਬਿਲਿਟੀ ਹੈ ਜਿਹੜੀ 1.5 ਕਰੋੜ ਦੀ ਹੈ, 25 ਲੱਖ ਰੁਪਏ ਦਾ ਜਿਹੜਾ ਉਹ ਡਿਫਰੈਂਸ ਆ ਰਿਹਾ। ਆਪਾਂ ਐਸੈਟ ਸਾਰੇ ਵੇਚ ਕੇ ਵੀ 25 ਲੱਖ ਰੁਪਏ ਆਪਾਂ ਨੂੰ ਜਿਹੜਾ ਲਾਇਬਿਲਿਟੀ ਨੂੰ ਕਵਰ ਨਹੀਂ ਕਰ ਪਾ ਰਹੇ, ਤਾਂ ਜਿਹੜਾ ਉਹ 25 ਲੱਖ ਬਚ ਗਿਆ, ਉਹ ਜਿਹੜੇ ਹਿੱਸੇਦਾਰ ਨੇ ਉਹ ਚਾਹੇ ਆਪਣੀਆਂ ਪ੍ਰਾਈਵੇਟ ਆਪਣਾ ਕੋਈ ਉਹਨਾਂ ਦੀ ਸੰਪਤੀ ਪਈ ਹੈ, ਕੁਝ ਵੀ ਪਿਆ, ਉਹਨੂੰ ਵੇਚਣ ਜਾਂ ਆਪਣੇ ਘਰੋਂ ਪੈਸਾ ਕੈਸ਼ ਲਿਆ ਕੇ ਦੇਣ, ਉਹ 25 ਲੱਖ ਉਹਨਾਂ ਨੂੰ ਦੇਣਾ ਪਊਗਾ। ਦੈਟ ਇਜ਼ ਅਨਲਿਮਿਟਿਡ ਲਾਇਬਿਲਿਟੀ। ਹਾਂ, ਜੇ ਮੰਨ ਲਓ ਕੰਪਨੀ ਦੇ ਰੂਪ ਦੇ ਵਿੱਚ ਕੀ ਹੁੰਦਾ, ਕੰਪਨੀ ਦੇ ਵਿੱਚ ਜਿਹੜੀਆਂ ਐਸੈਟਸ ਨੇ ਜਿੰਨੀਆਂ ਵਿਕ ਗਿਆ, ਜਿੰਨਾ ਪੈਸਾ ਉਹਦੇ ਤੋਂ ਲਾਇਬਿਲਿਟੀਜ਼ ਨੂੰ ਪੇ ਕੀਤਾ ਜਾਊਗਾ, ਬਾਕੀ ਪੈਸਾ ਕੋਈ ਵੀ ਨਹੀਂ ਦਊਗਾ, ਠੀਕ ਹੈ। ਬਟ ਜੇ ਤੁਸੀਂ ਪਾਰਟਨਰਸ਼ਿਪ ਦੇ ਵਿੱਚ ਹੋ ਤਾਂ ਤੁਹਾਡੀ ਲਾਇਬਿਲਿਟੀ ਲਿਮਿਟਡ ਹੈ, ਤਾਂ ਅਨਲਿਮਿਟਡ ਹੈ, ਤਾਂ ਉਹਦੇ ਵਿੱਚ ਤੁਹਾਨੂੰ ਪੈਸੇ ਜਿਹੜੇ ਰਹਿੰਦੇ ਆ ਉਹ ਪੈਸੇ ਦੇਣੇ ਪੈਣਗੇ। ਸੋ ਨੈਕਸਟ ਇਜ਼ ਕਲੈਕਟਿਵ ਮੈਨੇਜਮੈਂਟ। ਇਹਦੇ ਵਿੱਚ ਪੁੱਤ ਜਿਹੜੀ ਦੇਖੋ ਜਿਹੜੀ ਕੰਪਨੀ ਹੁੰਦੀ ਹੈ ਉਹ 'ਚ ਓਨਰਸ਼ਿਪ ਹੋਰ ਹੁੰਦੇ ਨੇ, EMPLOYEES ਹੋਰ ਹੁੰਦੇ ਨੇ, ਬਟ ਇਹਦੇ ਵਿੱਚ ਕੀ ਹੈ, ਜਿਹੜੀ ਮੈਨੇਜਮੈਂਟ ਹੈ ਤੇ ਓਨਰਸ਼ਿਪ ਹੈ, ਮਾਲਕੀਅਤ ਤੇ ਉਹਨੂੰ ਚਲਾਉਣ ਵਾਲੇ, ਉਹ ਅਲੱਗ ਨਹੀਂ ਹੁੰਦੇ। ਜਿਹੜੇ ਪੈਸਾ ਲਗਾਉਂਦੇ ਨੇ ਉਹੀ ਉਹਨੂੰ ਚਲਾਉਂਦੇ ਨੇ। 3 ਜਣੇ ਹਿੱਸੇਦਾਰ ਬਣੇ, ਉਹਨਾਂ ਨੇ ਪੈਸੇ ਪਾਏ, ਉਹ ਆਪ ਹੀ ਉਹਨੂੰ ਮੈਨੇਜ ਕਰਦੇ ਨੇ। ਸੋ ਦਿਸ ਇਜ਼ ਪਾਰਟਨਰਸ਼ਿਪ। ਸੋ ਇਹ ਕਿਹੜੀ ਐਕਟ ਦੇ ਅਧੀਨ ਇਹਨੂੰ ਰਜਿਸਟਰਡ ਕੀਤਾ ਜਾ ਸਕਦਾ? ਇਹਦੇ ਹੈਗਾ ਪਾਰਟਨਰਸ਼ਿਪ ਐਕਟ 1932। ਹੁਣ ਬੇਟਾ ਵੈਸੇ 2013 ਦੇ ਵਿੱਚ ਵੀ ਥੋੜੇ ਅਮੈਂਡਮੈਂਟਸ ਹੋਈਆਂ ਨੇ, ਤੇ ਪਰ ਫਿਲਹਾਲ ਜਿਹੜੀ ਇਹਦੀ ਕਿਤਾਬਾਂ ਦੇ ਵਿੱਚ ਜਿਵੇਂ ਹੈਗਾ, ਉਹ ਪਾਰਟਨਰਸ਼ਿਪ ਐਕਟ 1932 ਦੇ ਅਧੀਨ ਹੀ ਇਹਨੂੰ ਰਜਿਸਟਰਡ ਕੀਤਾ ਜਾਂਦਾ ਪਾਰਟਨਰਸ਼ਿਪ ਨੂੰ। ਜਿਹੜੀ ਰਜਿਸਟ੍ਰੇਸ਼ਨ ਹੈ ਪੁੱਤ, ਇਹ ਮੈਂਡੇਟਰੀ ਨਹੀਂ ਹੁੰਦੀ, ਜ਼ਰੂਰੀ ਨਹੀਂ ਹੁੰਦੀ, ਠੀਕ ਹੈ। ਬਟ ਜੇ ਚਾਹੀਏ ਆਪਾਂ ਤਾਂ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਜਾ ਕੇ ਇਹਨੂੰ ਰਜਿਸਟਰ ਕਰਾ ਵੀ ਸਕਦੇ ਹਾਂ, ਕੰਪਲਸਰੀ ਨਹੀਂ ਹੁੰਦੀ। ਕੰਪਨੀ ਤੁਸੀਂ ਕੋਈ ਚਲਾਉਣੀ ਹੈ ਤਾਂ ਉਹਨੂੰ ਰਜਿਸਟ੍ਰੇਸ਼ਨ ਕਰਨੀ ਪਏਗੀ, ਕੰਪਲਸਰੀ ਹੈ, ਮੈਂਡੇਟਰੀ ਹੈ। ਬਟ ਜੇ ਪਾਰਟਨਰਸ਼ਿਪ ਹੈ ਉਹਨੂੰ ਤੁਸੀਂ ਰਜਿਸਟ੍ਰੇਸ਼ਨ ਕਰਾਓ ਚਾਹੇ ਨਾ ਕਰਾਓ, ਕੋਈ ਪ੍ਰੋਬਲਮ ਨਹੀਂ, ਕਰਾ ਵੀ ਸਕਦੇ ਹੋ ਤਾਂ ਨਹੀਂ ਵੀ ਕਰਾ ਸਕਦੇ। ਸੋ ਬਿਜ਼ਨਸ ਕੈਨ ਬੀ ਕੈਰੀਡ ਔਨ ਬਾਈ ਆਲ ਔਨ ਦਾ ਪਾਰਟਨਰਸ। ਮਤਲਬ ਇਹਦੇ ਵਿੱਚ ਕੀ ਹੈ, ਉਹਦੇ ਵਿੱਚ ਜਿਹੜੇ ਹਿੱਸੇਦਾਰ ਨੇ ਉਹ ਸਾਰੇ ਵੀ ਉਹਨੂੰ ਚਲਾ ਸਕਦੇ ਨੇ, ਤੇ ਉਹ ਆਪਸੀ ਸਹਿਮਤੀ ਹੈ, ਸਾਰੇ ਵੀ ਚਲਾ ਸਕਦੇ ਨੇ, ਤੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਵੀ ਚਲਾ ਸਕਦੇ ਨੇ, ਠੀਕ ਹੈ, ਉਹਨਾਂ ਦੀ ਸਹਿਮਤੀ ਹੁੰਦੀ ਹੈ। ਤੇ ਜਿਹੜਾ ਬੰਦਾ ਚਲਾ ਰਿਹਾ ਹੈ ਉਹ ਆਪਣੀ ਤਨਖਾਹ ਵੀ ਪਾ ਸਕਦਾ ਹੈ, ਪਰ ਜਿਹੜੀਆਂ ਵੀ ਗੱਲਾਂ ਹੋਣਗੀਆਂ ਉਹ ਪਹਿਲਾਂ ਪ੍ਰੀ ਡਿਟਰਮਾਈਨਡ ਹੋਣਗੀਆਂ, ਉਹ ਪਾਰਟਨਰਸ਼ਿਪ ਡੀਡ ਦੇ ਵਿੱਚ ਲਿਖੀਆਂ ਜਾਣਗੀਆਂ, ਤਾਂ ਹੀ ਉਹ ਇਹ ਗੱਲਾਂ ਬਾਕੀ ਆਪਾਂ ਅੱਗੇ ਵੀ ਕਰਾਂਗੇ। ਬਟ ਕੀ ਹੈ, ਆਪਾਂ ਮੇਨ ਆਪਣਾ ਗੱਲ ਕੀ ਹੈ, ਜਿਹੜਾ ਬਿਜ਼ਨਸ ਹੈ ਉਹ ਸਾਰਿਆਂ ਦੁਆਰਾ ਵੀ ਚਲਾਇਆ ਜਾ ਸਕਦਾ ਹੈ, ਤੇ ਉਹਨਾਂ ਵਿੱਚੋਂ ਕੁਝ ਪਾਰਟਨਰਸ, ਕੁਝ ਹਿੱਸੇਦਾਰ ਵੀ ਉਹਨੂੰ ਚਲਾ ਸਕਦੇ ਨੇ। ਸੋ ਇਹ ਸੀ ਬੇਟਾ ਆਪਣੇ ਫੀਚਰਸ, ਐਗਰੀਮੈਂਟ, ਪੋਲੈਰਿਟੀ। ਐਗਰੀਮੈਂਟ ਮਤਲਬ ਉਹਨਾਂ ਵਿੱਚ ਸਮਝੌਤਾ ਹੋਣਾ ਚਾਹੀਦਾ ਹੈ, ਪੋਲੈਰਿਟੀ ਵਿਅਕਤੀ ਇੱਕ ਤੋਂ ਜ਼ਿਆਦਾ ਹੋਣੇ ਚਾਹੀਦੇ ਨੇ, ਬਿਜ਼ਨਸ ਜਿਹੜਾ ਕਾਰੋਬਾਰ ਹੈ ਉਹ ਕਾਨੂੰਨੀ ਹੋਣਾ ਚਾਹੀਦਾ ਹੈ, ਵਲੰਟਰੀ ਇਹਦੇ ਵਿੱਚ ਜਿਹੜਾ ਮਾਲਕੀਅਤ ਹੈ, ਜਿਹੜੀ ਉਹਦੀ ਪਾਰਟਨਰਸ਼ਿਪ ਹੈ ਉਹਦੀ ਕੋਈ ਅਲੱਗ ਹੋਂਦ ਨਹੀਂ ਹੁੰਦੀ, ਠੀਕ ਹੈ, ਉਹ ਪਾਰਟਨਰਸ ਦੇ ਨਾਲ ਜੁੜੀ ਹੁੰਦੀ ਹੈ। ਤੇ ਜਿਹੜੇ ਵੀ ਪ੍ਰੋਫਿਟਸ ਜਾਂ ਲਾਸਸ ਹੋਣਗੇ ਉਹਨੂੰ ਆਪਾਂ ਪ੍ਰੀ ਡਿਟਰਮਾਈਨਡ ਜਿਹੜੀ ਨਿਰਧਾਰਿਤ ਸ਼ੇਅਰਿੰਗ ਰੇਸ਼ੋ ਹੋਏਗੀ ਉਹਦੇ ਵਿੱਚ ਵੰਡਣਗੇ, ਠੀਕ ਹੈ। ਆਪਣਾ ਸ਼ੇਅਰ ਕੋਈ ਵੀ ਪਾਰਟਨਰ ਬਿਨਾਂ ਬਾਕੀਆਂ ਦੇ ਕੰਸੈਂਟ ਤੋਂ, ਬਿਨਾਂ ਉਹਨਾਂ ਦੀ ਸਹਿਮਤੀ ਤੋਂ ਕਿਸੇ ਨੂੰ ਟ੍ਰਾਂਸਫਰ ਨਹੀਂ ਕਰ ਸਕਦਾ। ਜਿਹੜੀ ਲਾਇਬਿਲਿਟੀ ਹੈ ਇਹਦੇ ਵਿੱਚ ਅਨਲਿਮਿਟਿਡ ਹੈ, ਠੀਕ ਹੈ। ਮੈਨੇਜਮੈਂਟ ਜਿਹੜੀ ਹੈ, ਓਨਰਸ਼ਿਪ ਜਿਹੜੀ ਮਾਲਕੀਅਤ ਤੇ ਮੈਨੇਜਮੈਂਟ ਜਿਹੜੇ ਉਹਨੂੰ ਪੈਸਾ ਲਗਾਉਣ ਵਾਲੇ ਨੇ ਉਹੀ ਉਹਨੂੰ ਚਲਾਉਣ ਵਾਲੇ ਹੁੰਦੇ ਨੇ। ਐਕਟ ਹੈਗਾ ਇਹਦੇ ਲਈ ਪਾਰਟਨਰਸ਼ਿਪ ਐਕਟ 1932। ਰਜਿਸਟ੍ਰੇਸ਼ਨ ਕੰਪਲਸਰੀ ਨਹੀਂ ਹੈਗੀ, ਬਟ ਜੇ ਤੁਸੀਂ ਚਾਹੀਏ ਤਾਂ ਰਜਿਸਟਰਾਰ ਦੇ ਦਫ਼ਤਰ ਦੇ ਵਿੱਚ ਨੂੰ ਰਜਿਸਟਰ ਕਰ ਵੀ ਸਕਦੇ ਹਾਂ। ਬਿਜ਼ਨਸ ਜਿਹੜਾ ਹੈ ਉਹ ਸਾਰਿਆਂ ਦੁਆਰਾ ਜਾਂ ਉਹਨਾਂ ਵਿੱਚੋਂ ਕੁਝ ਹਿੱਸੇਦਾਰਾਂ ਦੁਆਰਾ ਵੀ ਚਲਾਇਆ ਜਾ ਸਕਦਾ ਹੈ। ਸੋ ਇਹ ਤੁਹਾਡੀ ਸੀ ਫੀਚਰਸ ਆਫ ਪਾਰਟਨਰਸ਼ਿਪ। ਧੰਨਵਾਦ।